बोले सोने हाल सासरी अकाल। सतगुर मेरा सदा सदा ना आवे ना जाए, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਜਗਤ ਤਾਰਕ ਨਿਰੰਕਾਰੀ ਜੋਤ, ਇੱਕ ਦੇ ਉਪਾਸ਼ਕ, ਪਖੰਡਾਂ ਦੇ ਭੰਨਣਹਾਰ, ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਪਾਵਨ ਤੇ ਪਵਿੱਤਰ ਅਵਤਾਰ ਦਿਹਾੜਾ ਬੜੀ ਸ਼ਰਧਾ ਦੇ ਨਾਲ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਜਾ ਰਿਹਾ ਹੈ। ਆਓ ਸਤਿਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਅਤੇ ਗੁਰਬਾਣੀ ਦੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਧਾਂਤ ਕੁਝ ਸਮੇਂ ਦੇ ਲਈ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਸਾਰਿਆਂ ਨੂੰ ਬੜੀ ਹੀ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਸੀਸ ਝੁਕਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਫਤਿਹ ਬੁਲਾਈਏ। ਕਰੋ ਕਿਰਪਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਕਲਮ ਦੇ ਨਾਲ ਬੜੇ ਪਾਵਨ ਤੇ ਪਵਿੱਤਰ ਬਚਨ ਲਿਖੇ। ਤਿੰਨ ਬੇਦੀਨ ਕੀ ਕੁਲ ਵਿਖੇ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਿਓ, ਜੈ ਤੈ ਭਏ ਸਹਾਏ। ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਰਾਜਾ ਤੇ ਜੋਗੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਇਹਨਾਂ ਦਾ ਜ਼ਿਕਰ ਹੈ। ਜਿਨ ਵੇਦ ਪੜ੍ਹਿਓ ਸੋ ਬੇਦੀ ਕਹਾਇਓ। ਬੇਦੀ ਆਲ ਹੀ ਅਸਲ ਦੇ ਵਿੱਚ ਤਾਂ ਪਈ, ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੂੰ ਜ਼ਬਾਨੀ ਵੇਦ ਯਾਦ ਸਨ। ਤੇ ਇੱਕ ਹੋਰ ਬੜਾ ਪਿਆਰਾ ਬਚਨ ਹੈ, 20 ਗਾਉਂ ਤਾਂ ਕੇ ਰਹਿ ਗਏ, ਜਨਮ ਸਮੇਂ ਨਾਨਕ ਕੋ ਆਵਾ। ਬੇਦੀਆਂ ਦੇ ਕੋਲ ਉਸ ਵੇਲੇ 20 ਪਿੰਡ ਸਨ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਦੇ ਮਾਲਕ, ਸਾਧ ਸੰਗਤ ਤਿੰਨਾਂ ਦੇ ਪੜਦਾਦਾ ਜੀ। ਪੜਦਾਦਾ ਜੀ ਦਾ ਨਾਮ ਹੈ ਰਾਮ ਨਾਰਾਇਣ ਤੇ ਪਹਿਲਾਂ ਇਹ ਅੰਮ੍ਰਿਤਸਰ ਦੇ ਕੋਲ ਭੱਠੇ ਪਿੰਡ ਦੇ ਕੋਲ ਇਸ ਜਗ੍ਹਾ ਤੇ ਰਹਿੰਦੇ ਸਨ। ਪਰ ਜਿਉਂ-ਜਿਉਂ ਸਮਾਂ ਬਦਲਿਆ, ਆਪ ਜੀ ਦੇ ਦਾਦਾ ਸ਼ਿਵਰਾਮ ਜੀ ਅਤੇ ਦਾਦੀ ਦਾ ਨਾਮ ਬਨਾਰਸੀ ਦੇਵੀ ਇਤਿਹਾਸ ਦੇ ਵਿੱਚ ਆਇਆ ਤੇ ਸ਼ਿਵਰਾਮ ਜੀ ਦੇ ਅੱਗੋਂ 2 ਬੇਟੇ ਹਨ। ਆਪ ਜੀ ਦੇ ਸਾਧ ਸੰਗਤ ਜੀ ਦਾਦਾ ਜੀ ਸ਼ਿਵਰਾਮ ਅਤੇ ਅੱਗੋਂ ਉਹਨਾਂ ਦੇ 2 ਬੇਟੇ। ਵੱਡੇ ਬੇਟੇ ਨੇ ਬਾਬਾ ਕਾਲੂ ਜੀ, ਮਹਿਤਾ ਕਲਿਆਣ ਦਾਸ ਅਤੇ ਛੋਟੇ ਹਨ ਬਾਬਾ ਲਾਲੂ ਜੀ।
ਆਪ ਜੀ ਦੇ ਪਿਤਾ ਜੀ ਦਾ ਜਨਮ ਇਤਿਹਾਸ ਦੇ ਵਿੱਚ 1440 ਦੇ ਵਿੱਚ 1440 ਈਸਵੀ ਦੇ ਵਿੱਚ ਆਪ ਜੀ ਦੇ ਪਿਤਾ ਜੀ ਬਾਬਾ ਕਾਲੂ ਜੀ ਦਾ ਜਨਮ ਹੋਇਆ ਤੇ 1444 ਦੇ ਵਿੱਚ ਆਪ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਦਾ ਜਨਮ ਹੋਇਆ। ਸੋ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੋਇਆ, ਉਸ ਵੇਲੇ ਆਪ ਜੀ ਦੇ ਪਿਤਾ ਜੀ ਦੀ ਉਮਰ 29 ਸਾਲ ਦੀ ਸੀ, ਕਿਉਂਕਿ 1440 ਦੇ ਵਿੱਚ ਜਨਮ ਹੋਇਆ ਆਪ ਜੀ ਦੇ ਪਿਤਾ ਜੀ ਦਾ, ਤੇ ਸਾਧ ਸੰਗਤ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ। ਸੋ 29 ਸਾਲ ਦੀ ਉਮਰ ਹੈ ਬਾਬਾ ਕਾਲੂ ਜੀ ਦੀ, ਆਪ ਜੀ ਦੇ ਪਿਤਾ ਜੀ ਦੀ। ਤੇ ਹੁਣ ਇਸ ਪਾਸੇ ਦੇ ਵੱਲ ਆਈਏ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਧਰਤੀ ਨੇ ਪੁਕਾਰ ਕੀਤੀ ਕਿ ਹੇ ਮਾਲਕ, ਹੇ ਵਾਹਿਗੁਰੂ, ਮੈਂ ਬੜੀ ਦੁਖੀ ਹਾਂ, ਮੈਂ ਬਹੁਤ ਬੋਝ ਦੇ ਹੇਠ ਦਬਦੀ ਜਾ ਰਹੀ ਹਾਂ। ਧਰਤੀ ਪੁਕਾਰ ਕਰ ਰਹੀ ਹੈ ਤੇ ਪ੍ਰਮਾਤਮਾ ਨੇ ਪੁੱਛਿਆ ਵੀ ਹੇ ਧਰਤੀ, ਤੇਰੇ ਤੇ ਕਿਸ ਦਾ ਭਾਰ ਹੈ? ਪਰਬਤ ਜ਼ਿਆਦਾ ਹੋ ਗਏ ਨੇ, ਪਹਾੜ ਜ਼ਿਆਦਾ ਹੋ ਗਏ ਨੇ, ਤੇਰੇ ਤੇ ਆ ਬਨਸਪਤੀ ਜ਼ਿਆਦਾ ਹੋ ਗਈ ਹੈ, ਦਰਖਤ ਜ਼ਿਆਦਾ ਹੋ ਗਏ ਨੇ, ਤੇਰੇ ਤੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਰ ਗਈਆਂ ਨੇ, ਇਹਨਾਂ ਦਾ ਜ਼ਿਆਦਾ ਭਾਰ ਪੈ ਗਿਆ, ਤੇਰੇ ਤੇ ਨਦੀਆਂ ਨਾਲੇ ਜ਼ਿਆਦਾ ਹੋ ਗਏ ਨੇ, ਇਹ ਕੁਝ ਘੱਟ ਕਰ ਦੇਵਾਂ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾ ਤਿਸ ਭਾਰੇ ਪਰਬਤਾਂ, ਇਹ ਪੂਰੇ ਬਚਨ। ਧਰਤੀ ਨੇ ਕਿਹਾ ਨਹੀਂ, ਹੇ ਵਾਹਿਗੁਰੂ, ਮੇਰੇ ਤੇ ਇਹ ਵੱਡੇ ਵੱਡੇ ਪਹਾੜਾਂ ਦਾ ਭਾਰ ਨਹੀਂ, ਆ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਸਰ ਗਈਆਂ ਇਹਨਾਂ ਦਾ ਭਾਰ ਨਹੀਂ, ਮੇਰੇ ਤੇ ਆ ਵੱਡੇ ਵੱਡੇ ਜਿਹੜੇ ਦਰਖਤ ਨੇ ਇਹਨਾਂ ਦਾ ਭਾਰ ਨਹੀਂ, ਮੇਰੇ ਤੇ ਇਹ ਨਦੀਆਂ ਨਾਲਿਆਂ ਦਾ ਭਾਰ ਨਹੀਂ। ਤੇ ਧਰਤੀ ਤੇਰੇ ਤੇ ਭਾਰ ਕਿਸ ਦਾ? ਭਾਰੇ ਭੋਏ ਅਕਿਰਤ ਕਨ, ਮੰਦੀ ਹੂੰ ਮੰਦੇ। ਅਕਿਰਤ ਕਨਾਂ ਦਾ ਮੇਰੇ ਤੇ ਭਾਰ ਹੈ, ਜਿਹੜੇ ਤੇਰੇ ਕੀਤੇ ਹੋਏ ਨੂੰ, ਤੇਰੇ ਦਿੱਤੇ ਹੋਏ ਦਾ ਸ਼ੁਕਰ ਨਹੀਂ ਕਰਦੇ। ਤੇ ਸਾਰੇ ਉਸ ਵੇਲੇ ਹਾਲਾਤ ਹੀ ਸਾਧ ਸੰਗਤ ਜੀ, ਗੁਰੂ ਬਾਬਾ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਰਾਜੇ ਸਿਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੈ। ਤੇ ਕੀ ਹੋਇਆ ਸੀ ਉਸ ਵੇਲੇ? ਸਾਧ ਸੰਗਤ ਜੀ, ਵੱਡੀ ਲੈ ਕੇ ਹੱਕ ਗਵਾਈ। ਜਿਨ੍ਹਾਂ ਨੇ ਧਰਮ ਦਾ ਚੋਲਾ ਪਾਇਆ ਹੋਇਆ ਸੀ, ਧਰਮ ਦੀ ਪੋਸ਼ਾਕ ਪਾਈ ਹੋਈ ਸੀ, ਉਹ ਵੀ ਸਾਧ ਸੰਗਤ ਭੋਲੀ ਭਾਲੀ ਮਨੁੱਖਤਾ ਨੂੰ ਕਰਾਹੇ ਪਾ ਰਹੇ ਸਨ। ਤੇ ਜਿਹੜੇ ਰਾਜੇ ਸਨ, ਉਲਟੀ ਵਾੜ ਖੇਤ ਕੋ ਖਾਈ। ਤੇ ਇਹ ਜਿਹੜਾ ਪਾਪ ਹੈ, ਵਰਤਿਆ ਪਾਪ ਸਖਸ ਜਗ ਮਾਹੀ, ਸਾਰੇ ਸੰਸਾਰ ਦੇ ਵਿੱਚ ਇਹ ਪਾਪ ਵਰਤ ਰਿਹਾ ਸੀ। ਸੋ ਧਰਤੀ ਨੇ ਪੁਕਾਰ ਕੀਤੀ ਕਿ ਹੇ ਮਾਲਕ, ਹੇ ਵਾਹਿਗੁਰੂ, ਮੈਂ ਬੜੀ ਦੁਖੀ ਹਾਂ। ਤੇ ਉਹ ਧਰਤੀ ਜਾਂ ਧਰਤੀ ਦੇ ਜੀਵਾਂ ਦੀ ਸਾਰਿਆਂ ਦੀ ਪੁਕਾਰ ਨੂੰ ਸੁਣ ਕੇ ਕਹਿ ਲਈਏ ਕਿ ਫਿਰ ਮਾਲਕ ਨੇ ਕੀ ਕੀਤਾ? ਮਾਲਕ ਵਾਹਿਗੁਰੂ ਕਹਿਣ ਲੱਗੇ, ਫਿਰ ਤੇ ਮੈਨੂੰ ਆਪ ਹੀ ਆਣਾ ਪਵੇਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ, ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਜਗਤ ਦੀ ਪੁਕਾਰ ਨੂੰ ਸੁਣ ਕੇ ਉਸ ਮਾਲਕ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਗਤ ਦੇ ਵਿੱਚ ਭੇਜਿਆ। ਹੁਣ ਆਓ ਇੱਧਰ ਆਈਏ, ਸ੍ਰੀ ਨਨਕਾਣਾ ਸਾਹਿਬ ਜਿਸ ਨੂੰ ਅਸੀਂ ਅੱਜ ਆਖਦੇ ਹਾਂ। ਪਹਿਲਾਂ ਇਸ ਦਾ ਨਾਮ ਨਾਨਕ ਆਣਾ, ਨਾਨਕ ਆਣਾ ਤੂੰ ਆਸਤਾ ਆਸਤਾ ਨਨਕਾਣਾ ਸਾਹਿਬ। ਤੇ ਇਸ ਤੋਂ ਪਹਿਲਾ ਨਾਮ ਇਸ ਦਾ ਰਾਏ ਭੋਏ ਦੀ ਤਲਵੰਡੀ। ਤੇ ਇੱਕ ਨਾਮ ਮੈਂ ਹੋਰ ਇਤਿਹਾਸ ਦੇ ਵਿੱਚ ਪੜ੍ਹਿਆ, ਰਾਏ ਭੋਏ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ,
ਤੇ ਰਾਏ ਦੀ ਪੁਰੀ ਵੀ ਕਿਹਾ ਜਾਂਦਾ ਸੀ। ਇਸ ਦਾ ਸਾਧ ਸੰਗਤ ਜੀ, ਜਦੋਂ ਕਿ ਰਾਏ ਭੋਏ, ਇਹ ਰਾਏ ਬੁਲਾਰ ਦੇ ਪਿਤਾ ਜੀ ਨੇ, ਰਾਏ ਭੋਏ ਦੇ ਹਿੱਸੇ ਦੇ ਵਿੱਚ ਜਿਹੜੀ ਜ਼ਮੀਨ ਆਈ ਸੀ ਉਸ ਨੂੰ ਕਹਿ ਦਿੱਤਾ ਰਾਏ ਭੋਏ ਦੀ ਤਲਵੰਡੀ। ਤੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਬਾਬਾ ਕਾਲੂ ਜੀ, ਕਿਉਂਕਿ ਉਸ ਵੇਲੇ ਰਾਏ ਬੁਲਾਰ ਦਾ ਸਮਾਂ ਸੀ ਨਾ ਜੀ, ਰਾਏ ਬੁਲਾਰ ਦੇ ਨਿੱਜੀ ਪਟਵਾਰੀ ਹੋਣ ਕਰਕੇ ਆਪ ਜੀ ਦੇ ਪਿਤਾ ਜੀ ਨੇ ਵਸੇਬਾ ਜਿਹੜਾ ਸੀ ਉਹ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੀ ਕਰ ਲਿਆ। ਜਿਵੇਂ ਦਾਸ ਨੇ ਸ਼ੁਰੂਆਤ ਵਿੱਚ ਕਿਹਾ ਕਿ ਪਹਿਲਾਂ ਬਾਬਾ ਕਾਲੂ ਜੀ ਰਾਏ ਭੋਏ ਦੀ ਤਲਵੰਡੀ ਨਹੀਂ ਸਨ ਰਹਿੰਦੇ। ਪਹਿਲਾਂ ਅੰਮ੍ਰਿਤਸਰ ਦੇ ਕੋਲ ਜਿਹੜਾ ਜੱਦੀ ਪਿੰਡ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਜ਼ੁਰਗਾਂ ਦਾ, ਦਾਸ ਨੇ ਜ਼ਿਕਰ ਕੀਤਾ, ਪਰ ਹੁਣ ਟਿਕੇ ਹੋਏ ਨੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਤੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿੰਦੇ ਆ। ਘਰ ਦੇ ਵਿੱਚ ਇੱਕ ਬੇਟੀ ਹੈ ਬਾਬਾ ਕਾਲੂ ਜੀ ਦੀ, ਜਿਸ ਦਾ ਨਾਮ ਹੈ ਬੇਬੇ ਨਾਨਕੀ, ਜਿਸ ਨੂੰ ਅਸੀਂ ਭੈਣ ਨਾਨਕੀ ਵੀ ਆਖਦੇ ਹਾਂ। ਪੁਰਾਤਨ ਸਮਿਆਂ ਦੇ ਵਿੱਚ ਭੈਣ ਨੂੰ ਬੇਬੇ ਵੀ ਕਿਹਾ ਜਾਂਦਾ ਸੀ, ਸੋ ਇਸ ਸ਼ਬਦ ਦੇ ਨਾਲ। ਤੇ ਭੈਣ ਨਾਨਕੀ ਕਹਿੰਦੇ ਨੇ ਕਿਉਂਕਿ ਨਾਨਕਿਆਂ ਦੇ ਪਿੰਡ ਵਿੱਚ, ਚਾਹਲ ਪਿੰਡ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਨਕੇ ਨੇ, ਤੇ ਉਸ ਵੇਲੇ ਇੱਕ ਇਹ ਪਰੰਪਰਾ ਕਹਿ ਲਈਏ, ਇੱਕ ਰੀਤ ਹੁੰਦੀ ਸੀ ਕਿ ਜਦੋਂ ਖਾਸ ਕਰਕੇ ਪਹਿਲਾ ਬੱਚਾ ਹੁੰਦਾ ਸੀ ਨਾ, ਤੇ ਪੇਕੇ ਆਪਣੇ ਘਰ ਲੈ ਜਾਂਦੇ ਸਨ ਆਪਣੀ ਧੀ ਭੈਣ ਨੂੰ। ਪੇਕੇ ਘਰ ਦੇ ਵਿੱਚ ਪਹਿਲਾ ਬੱਚਾ, ਤੇ ਇਹ ਜਨਮ ਜਿਹੜਾ ਦੇਣਾ ਹੈ ਬੱਚੀ ਨੇ, ਜਿਸ ਵੀ ਬੱਚੇ ਨੂੰ ਜਨਮ ਦੇਣਾ ਹੈ ਉਹ ਪੇਕੇ ਘਰ ਦੇ ਵਿੱਚ ਦੇਵੇ। ਤੇ ਉਸ ਵੇਲੇ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਮਾਤਾ ਜੀ ਕਹਿ ਲਈਏ, ਮਾਤਾ ਤ੍ਰਿਪਤਾ ਜੀ, ਆਪਣੇ ਪੇਕੇ ਘਰ ਦੇ ਵਿੱਚ ਪਿੰਡ ਚਾਹਲ ਦੇ ਵਿੱਚ ਆ ਗਏ, ਜਿਹੜਾ ਲਾਹੌਰ ਤੋਂ ਕੁਝ ਦੂਰੀ ਤੇ ਹੈ। ਤੇ ਇੱਥੇ ਹੀ ਸਾਧ ਸੰਗਤ ਜੀ ਜਨਮ ਹੋਇਆ ਹੈ। ਤੇ ਸਾਰੇ ਕਹਿਣ ਲੱਗ ਪਏ ਨਾਨਕਿਆਂ ਦੀ, ਨਾਨਕਿਆਂ ਦੀ, ਤੇ ਨਾਮ ਪੈ ਗਿਆ ਨਾਨਕੀ। ਹੁਣ ਥੋੜੇ ਸਮੇਂ ਦੇ ਬਾਅਦ ਵਿੱਚ ਫਿਰ ਮਾਤਾ ਤ੍ਰਿਪਤਾ ਜੀ ਵਾਪਸ ਆਪਣੇ ਪਿੰਡ ਆ ਗਏ ਨੇ, ਆਪਣੇ ਘਰ ਆ ਗਏ ਨੇ, ਰਾਏ ਭੋਏ ਦੀ ਤਲਵੰਡੀ। ਤੇ 4 ਸਾਲ ਦਾ ਸਮਾਂ ਬਤੀਤ ਹੋ ਗਿਆ ਹੈ। ਤੇ ਇੱਧਰੋਂ ਇਤਿਹਾਸ ਕਹਿੰਦਾ ਵੀ ਬੇਬੇ ਨਾਨਕੀ ਵੀ ਅਰਦਾਸਾਂ ਕਰਦੀ ਹੈ ਵੀ ਹੇ ਪ੍ਰਮਾਤਮਾ, ਮੈਨੂੰ ਵੀ ਇੱਕ ਵੀਰ ਦੇ, ਮੈਂ ਵੀ ਆਪਣੇ ਵੀਰ ਨੂੰ ਖਿਡਾਵਾਂ। ਦੂਸਰੀਆਂ ਕੁੜੀਆਂ, ਦੂਸਰੇ ਮੇਰੇ ਨਾਲ ਦੀਆਂ ਸਹੇਲੀਆਂ ਆਪਣੇ ਵੀਰਾਂ ਦੇ ਨਾਲ ਖੇਡਦੀਆਂ ਨੇ, ਆਪਣੇ ਵੀਰਾਂ ਨੂੰ ਆਪਣੀ ਗੋਦ ਦੇ ਵਿੱਚ ਚੁੱਕਦੀਆਂ ਨੇ, ਮੋਢੇ ਨਾਲ ਲਾਉਂਦੀਆਂ ਨੇ। ਤੇ ਇਹ ਸਾਧ ਸੰਗਤ ਜੀ ਬੇਬੇ ਨਾਨਕੀ ਵੀ ਅਰਦਾਸਾਂ ਕਰ ਰਹੀ ਹੈ। ਤੇ ਇੱਧਰੋਂ ਇੱਕ ਮੁਸਲਮਾਨ ਔਰਤ ਹੈ ਜਿਹੜੀ ਕਿਰਤ, ਜਿਹਦੀ ਕਿਰਤ ਇਹ ਹੈ ਕਿ ਦਾਈ ਪੁਣਾ ਕਰਨਾ। ਤੁਸੀਂ ਦੇਖਿਆ ਹੋਣਾ, ਅਸੀਂ ਆਪਣੀ ਸੰਭਾਲ ਦੇ ਵਿੱਚ ਦੇਖਿਆ, ਤੇ ਅੱਜ ਵੀ ਪਿੰਡਾਂ ਦੇ ਵਿੱਚ ਐਸੀਆਂ ਹਨ ਜਿਸ ਦੇ ਬੱਚਾ ਹੋਣ ਵਾਲਾ ਹੋਵੇ, ਜਿਸ ਬੀਬੀ ਦੇ, ਤੇ ਉਹ ਕੁਝ ਦਿਨ ਪਹਿਲਾਂ ਹੀ ਜਾ ਕੇ ਉਸ ਬੀਬੀ ਨੂੰ ਮੁੱਠੀ ਚਾਪੀ ਕਰਨੀ, ਉਸ ਨੂੰ ਮਾਲਿਸ਼ ਆਦਿਕ ਕਰਨੀ, ਲੱਤਾਂ ਘੁੱਟਣੀਆਂ ਆਦਿਕ। ਤੇ ਬੱਚੇ ਦੇ ਜਨਮ ਤੋਂ ਬਾਅਦ ਵਿੱਚ ਵੀ, ਕਈ ਦਿਨ ਬਾਅਦ ਵਿੱਚ ਵੀ, ਕਿਉਂਕਿ ਅੱਜ ਵਰਗੇ ਸਿਸਟਮ ਨਹੀਂ ਸਨ, ਹੌਸਪੀਟਲ ਨਹੀਂ ਸਨ, ਡਾਕਟਰ ਨਹੀਂ ਸਨ, ਤੇ ਇਹ ਦਾਈਆਂ ਕੰਮ ਕਰਦੀਆਂ ਸਨ। ਤੇ ਜਿਹੜੀ ਦਾਈ ਹੈ ਉਹ ਦਾਈ ਹੈ ਮੁਸਲਮਾਨ ਔਰਤ ਹੈ। ਦਾਈ ਦੌਲਤਾਂ, ਬੜੀ ਸਿਆਣੀ ਹੈ, ਬੜੀ ਸੁਘੜ ਹੈ, ਤੇ ਆਪਣੇ ਦਾਈ ਪੁਣੇ ਦੇ ਕੰਮ ਦੇ ਵਿੱਚ ਬੜੀ ਨਿਪੁੰਨ ਹੈ। ਤੇ ਦਾਈ ਦੌਲਤਾਂ ਦਾ ਆਣ ਜਾਣ ਹੈ ਘਰ ਦੇ ਵਿੱਚ। ਤੇ ਦਾਈ ਦੌਲਤਾਂ ਬਾਬਾ ਕਾਲੂ ਜੀ ਨੂੰ ਕਹਿੰਦੀ ਹੈ, ਮਹਿਤਾ ਕਲਿਆਣ ਦਾਸ ਨੂੰ,
ਕਿ ਦੇਖ ਕਾਲੂ, ਅੱਗੇ ਤੇਰੇ ਘਰ ਇੱਕ ਬੇਟੀ ਹੈ, ਇੱਕ ਧੀ ਹੈ, ਤੇ ਜੇ ਐਤਕੀ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ, ਤੈਨੂੰ ਪੁੱਤਰ ਦੀ ਦਾਤ ਮਿਲੀ, ਤੇ ਬਾਬਾ ਕਾਲੂ ਦੇਖ ਗਰੀਬਨੀ ਹਾਂ ਮੈਂ, ਸਿਆਲ ਦੀ ਰੁੱਤ ਆ ਰਹੀ ਹੈ, ਠੰਡ ਦੇ ਦਿਨ ਆ ਰਹੇ ਨੇ, ਤੇ ਲੋਕ ਕੀ ਕਰਦੇ ਨੇ, ਜਿਹੜੇ ਕੱਪੜੇ ਕਿਸੇ ਵੀ ਕੰਮ ਨਾ ਹੋਣ, ਪਾਏ ਹੋਏ ਕੱਪੜੇ, ਹੰਡਾਏ ਹੋਏ ਕੱਪੜੇ ਮੈਨੂੰ ਦੇ ਦਿੰਦੇ ਨੇ, ਤੇ ਜਿਹੜੀ ਰਜਾਈ ਤਲਾਈ ਕਿਤੇ ਵੀ ਕੰਮ ਨਾ ਆਵੇ, ਫਟੀ ਪੁਰਾਣੀ ਰਜਾਈ ਤਲਾਈ ਮੈਨੂੰ ਦਿੰਦੇ ਨੇ, ਤੇ ਖਾਣ ਨੂੰ ਭੋਜਨ ਵੀ ਉਹ ਦਿੰਦੇ ਨੇ, ਪ੍ਰਸ਼ਾਦਾ ਵੀ ਉਹ ਦਿੰਦੇ ਨੇ ਜਿਹੜਾ ਬਚਿਆ ਹੋਵੇ। ਤੇ ਦਾਈ ਦੌਲਤਾਂ ਬੜੀਆਂ ਆਸਾਂ ਲਾ ਕੇ ਬੈਠੀ ਹੈ ਕਿ ਪਟਵਾਰੀ ਨੇ ਬਹੁਤ, ਕਿਉਂਕਿ ਅਮੀਰ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਨਮ ਹੋਇਆ, ਪਟਵਾਰੀ ਹੋਣਾ ਕੋਈ ਛੋਟੀ ਗੱਲ ਨਹੀਂ ਸੀ। ਤੇ ਦਾਈ ਦੌਲਤਾਂ ਬਹੁਤ ਕੁਝ ਆਸਾਂ ਲਾ ਕੇ ਬੈਠੀ ਹੈ ਕਿ ਬਾਬਾ ਕਾਲੂ, ਜੇ ਕਿਧਰੇ ਤੇਰੇ ਘਰ ਮਾਲਕ ਨੇ ਐਤਕੀ ਪੁੱਤਰ ਦੀ ਦਾਤ ਦਿੱਤੀ, ਮੈਨੂੰ ਗਰੀਬਨੀ ਨੂੰ ਇੱਕ ਛੋਟਾ ਜਿਹਾ ਘਰ ਹੀ ਬਣਾ ਦੇਵੀਂ, ਜਾਂ ਰਾਏ ਬਲਾਰ ਨੂੰ ਕਹਿ ਕੇ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਲੈ ਕੇ ਉੱਥੇ ਹੀ ਘਰ ਬਣਾ ਦੇਣਾ। ਤੇ ਉਸ ਵੇਲੇ ਨਾ ਬਾਬਾ ਕਾਲੂ ਜੀ ਕਹਿਣ ਲੱਗੇ, ਦਾਈ ਦੌਲਤਾਂ, ਸਮਾਂ ਆਣ ਦੇ, ਤੈਨੂੰ ਜਿੰਨਾ ਚਿਰ ਤੂੰ ਕਹੇਂਗੀ ਨਾ ਮੈਂ ਰੱਜ ਗਈ, ਉਨਾ ਚਿਰ ਤੈਨੂੰ ਮੈਂ ਵਿਦਾ ਨਹੀਂ ਕਰਾਂਗਾ, ਜੋ ਮੰਗੇਂਗੀ ਉਹ ਤੈਨੂੰ ਦੇਵਾਂਗਾ। ਤੇ ਦਾਈ ਦੌਲਤਾਂ ਵੀ ਇਸ ਸਮੇਂ ਦੀ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਉਹ ਸਮਾਂ ਆਵੇ, ਤੇ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਉਹ ਸਮਾਂ ਆਵੇ ਤੇ ਮੈਂ ਇਸ ਦੇ ਕੋਲੋਂ ਕੁਝ ਮੰਗਾ। ਤੇ ਇੱਧਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਨਾਨਕ ਪ੍ਰਕਾਸ਼ ਦੇ ਕਰਤਾ, ਬੜਾ ਸੁੰਦਰ ਲਿਖਦੇ ਨੇ, ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ, ਇੱਕ ਦਿਨ ਪਹਿਲਾਂ, ਕਹਿੰਦੇ ਨੇ ਬਰਸਾਤ ਹੋਈ ਹੈ, ਮੀਂਹ ਪਿਆ, ਸਾਰੀਆਂ ਆਪਾਂ ਸ੍ਰੀ ਨਨਕਾਣਾ ਸਾਹਿਬ ਹੀ ਕਵਾਂਗਾ, ਰਾਏ ਭੋਏ ਦੀ ਤਲਵੰਡੀ ਦੀਆਂ ਸਾਰੀਆਂ ਗਲੀਆਂ ਐਸ਼ਵਸ਼ ਨਿਰਮਲ ਹੋ ਗਈਆਂ, ਧੋਤੀਆਂ ਗਈਆਂ ਨੇ, ਬਨਸਪਤੀ ਜਿਹੜੀ ਹੈ ਇਹ ਵੀ ਧੋਤੀ ਗਈ ਹੈ, ਤੇ ਫੁੱਲਾਂ ਦੇ ਵਿੱਚ ਕਹਿੰਦੇ ਨੇ ਇੱਕ ਬੜੀ ਬਹਾਰ ਆ ਗਈ, ਸੁਗੰਧੀ ਆ ਗਈ। ਇੰਜ ਲੱਗ ਰਿਹਾ ਸੀ ਕਿ ਜਿਵੇਂ ਦੁਨੀਆ ਦਾ ਕੋਈ ਬਹੁਤ ਵੱਡਾ ਸਮਰਾਟ ਅੱਜ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਆ ਰਿਹਾ ਹੈ। ਇਤਿਹਾਸ ਇਹ ਕਹਿੰਦਾ ਹੈ ਕਿ ਮਾਤਾ ਤ੍ਰਿਪਤਾ ਜੀ ਨੇ ਜਿਹੜੇ ਭੁੱਖਣ, ਜਿਹੜੇ ਗਹਿਣੇ ਪਹਿਨੇ ਸਨ, ਉਹ ਵੀ ਸਾਰੇ ਉਤਾਰ ਦਿੱਤੇ, ਕਿਉਂਕਿ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਮਾਲਕ ਆ ਰਹੇ ਨੇ ਨਾ। ਤੇ ਇੱਧਰੋਂ ਦਾਈ ਦੌਲਤਾਂ ਨੇ ਕੱਤਕ ਦੀ ਪੂਰਨਮਾਸੀ 1469 ਈਸਵੀ ਦਾ ਸਮਾਂ, ਅੱਜ ਸਾਧ ਸੰਗਤ ਜੀ ਕੁਝ ਜਿਹੜੇ ਨੇ ਤਰੇੜਾ ਪਾਉਣ ਵਾਲੇ, ਉਹ ਅਪ੍ਰੈਲ ਦੇ ਮਹੀਨੇ ਦਾ ਜ਼ਿਕਰ ਕਰੀ ਜਾਂਦੇ ਨੇ। ਨਹੀਂ, ਜਿਹੜੇ ਬਜ਼ੁਰਗਾਂ ਨੇ ਵੀ ਦੱਸਿਆ ਕਿ ਠੰਡ ਦੇ ਦਿਨ ਆਉਣ ਵਾਲੇ, ਸਰਦੀਆਂ ਦੇ ਦਿਨ ਆਉਣ ਵਾਲੇ, ਕਣਕਾਂ ਬੀਜੀਆਂ ਹੋਈਆਂ ਸਨ, ਆਪਣੇ ਪੁਰਾਣੇ ਬਜ਼ੁਰਗਾਂ ਨੂੰ ਜਿਹੜਾ ਉਹ ਦਿਨ ਮਨਾਉਂਦੇ ਆ ਰਹੇ ਨੇ, ਜਿਹੜਾ ਦਿਹਾੜਾ ਮਨਾਉਂਦੇ ਆ ਰਹੇ ਨੇ, ਉਹਨਾਂ ਨੂੰ ਗਲਤ ਸਾਬਤ ਕਰਨ ਤੇ ਨਾ ਤੁਰ ਪਈਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਗੁਰਪੁਰਬ, ਅਵਤਾਰ ਦਿਹਾੜਾ, ਅਸੀਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਸਾਡੇ ਪਹਿਲੇ ਬਜ਼ੁਰਗ ਜਿਹੜੇ ਨੇ, ਸਾਡੇ ਦਾਦਾ ਪੜਦਾਦਾ ਜੀ, ਉਹ ਇਸੇ ਮਹੀਨੇ ਦੇ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾਉਂਦੇ ਆਏ। ਅੱਜ ਸਾਧ ਸੰਗਤ ਜੀ ਇੱਕ ਨਵੇਂ ਹੀ ਉੱਠ ਕੇ ਤੇ ਅਪ੍ਰੈਲ ਦੇ ਮਹੀਨੇ ਵਿਸਾਖ ਦੇ ਵਿੱਚ ਨਹੀਂ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਅਰਦਾਸ ਹੋਈ ਤੇ ਅਰਦਾਸ ਦੇ ਵਿੱਚ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ
ਅਰਦਾਸੀਏ ਸਿੰਘ ਨੇ ਇਹ ਬੜੇ ਪਿਆਰ ਦੇ ਨਾਲ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਦਾ ਜ਼ਿਕਰ ਕੀਤਾ। ਸੋ ਇਹ ਦਾਈ ਦੌਲਤਾਂ ਹੈ। ਜਦੋਂ ਸਤਿਗੁਰੂ ਸਾਹਿਬ ਜੀ ਦਾ ਆਗਮਨ ਹੋਇਆ ਨਾ, ਅਵਤਾਰ ਹੋਇਆ, ਤੇ ਦਾਈ ਦੌਲਤਾਂ ਉਹ ਖੁਸ਼ ਨਸੀਬ ਔਰਤ ਹੈ, ਸੰਸਾਰ ਦੀ ਉਹ ਖੁਸ਼ ਨਸੀਬ ਸ਼ਖਸੀਅਤ ਹੈ ਜਿਸ ਨੂੰ ਸਭ ਤੋਂ ਪਹਿਲਾਂ ਦਰਸ਼ਨ ਹੋਏ ਗੁਰੂ ਨਾਨਕ ਸਾਹਿਬ ਜੀ ਦੇ। ਉਹ ਕਿੰਨਿਆਂ ਭਾਗਾਂ ਵਾਲੀ ਹੋਵੇਗੀ, ਕਿੱਡੇ ਕੁ ਵੱਡੇ ਭਾਗ ਹੋਣਗੇ, ਕਿੰਨੀ ਕੁ ਉਹ ਖੁਸ਼ਕਿਸਮਤ ਹੋਏਗੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦੀਦਾਰ ਦਾਈ ਦੌਲਤਾਂ ਨੇ ਕੀਤੇ। ਤੇ ਬੱਚਾ ਜਨਮ ਦੇ ਸਮੇਂ ਰੋਂਦਾ ਹੈ ਨਾ, ਪਰ ਗੁਰੂ ਸਾਹਿਬ ਜੀ ਜਨਮ ਦੇ ਸਮੇਂ ਰੋਏ ਨਹੀਂ, ਹੱਸਦੇ ਹੱਸਦੇ ਮੁਸਕਰਾਏ। ਦਾਈ ਦੌਲਤਾਂ ਦੇ ਵੱਲ ਵੇਖ ਕੇ ਸਤਿਗੁਰੂ ਸਾਹਿਬ ਜੀ ਮੁਸਕਰਾਏ। ਤੇ ਦਾਈ ਦੌਲਤਾਂ ਬੜੀ ਹੈਰਾਨ ਹੋਈ ਕਿ ਮੇਰੇ ਹੱਥਾਂ ਦੇ ਵਿੱਚ ਸੈਂਕੜੇ ਹਜ਼ਾਰਾਂ ਬੱਚੇ ਪੈਦਾ ਹੋਏ ਨੇ, ਬੱਚਾ ਤੇ ਰੋਂਦਾ ਪਰ ਇਸ ਨੂੰ ਦਰਦ ਦੀ ਕੋਈ ਪੀੜਾ ਹੀ ਨਹੀਂ। ਜਦੋਂ ਦਾਈ ਦੌਲਤਾਂ ਦੇ ਵੱਲ ਵੇਖ ਕੇ ਸਤਿਗੁਰੂ ਸਾਹਿਬ ਜੀ ਹੱਸੇ ਨਾ, ਸਤਿਗੁਰੂ ਸਾਹਿਬ ਜੀ ਮੁਸਕਰਾਏ, ਤੇ ਦਾਈ ਦੌਲਤਾਂ ਨਿਹਾਲ ਹੋ ਗਈ, ਗਦ ਹੋ ਗਈ। ਕਹਿਣ ਲੱਗੀ ਮਾਂ ਬਾਪ ਨੇ ਨਾਮ ਤਾਂ ਦੌਲਤਾਂ ਰੱਖਿਆ ਸੀ, ਪਰ ਅਸਲ ਦੌਲਤ ਨਹੀਂ ਸੀ ਮਿਲੀ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਕਹਿਣ ਲੱਗੀ ਮੈਨੂੰ ਅਸਲ ਦੌਲਤ ਮਿਲ ਗਈ, ਮੈਂ ਤੇ ਰੱਜ ਗਈ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੇ ਹੀ ਉਸ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ, ਉਸ ਦੀਆਂ ਸਾਰੀਆਂ ਚਾਹਨਾ ਬਣਾ ਦਿੱਤੀਆਂ। ਤੇ ਦਾਈ ਦੌਲਤਾਂ ਜਦੋਂ ਬਾਹਰ ਆਈ ਨਾ ਕਮਰੇ ਦੇ, ਕਿਉਂਕਿ ਬਾਬਾ ਕਾਲੂ ਜੀ ਵੀ ਵਿਹੜੇ ਦੇ ਵਿੱਚ ਇੰਤਜ਼ਾਰ ਕਰ ਰਹੇ ਨੇ, ਤੇ ਅੰਦਰੋਂ ਖਬਰ ਲੈ ਕੇ ਆਏ। ਤੇ ਦਾਈ ਦੌਲਤਾਂ ਕਹਿਣ ਲੱਗੀ ਬਾਬਾ ਕਾਲੂ ਤੈਨੂੰ ਵਧਾਈਆਂ ਹੋਣ, ਵਧਾਈਆਂ ਹੋਣ, ਵਧਾਈਆਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਬਾਬਾ ਕਾਲੂ ਤੇਰੇ ਘਰ ਬੇਟੇ ਨੇ ਜਨਮ ਲਿਆ। ਤੇ ਨਾਲ ਹੀ ਕਹਿੰਦੇ ਨੇ ਜਿਹੜਾ ਆਪਣੇ ਸਿਰ ਤੇ ਦੁਪੱਟਾ ਲਿਆ ਸੀ, ਚੁੰਨੀ ਲਈ ਸੀ, ਉਸ ਦੇ ਨਾਲ ਥੋੜੀ ਜਿਹੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਨੇ। ਤੇ ਬਾਬਾ ਕਾਲੂ ਜੀ ਕਹਿਣ ਲੱਗੇ ਬੱਚੇ ਨੇ ਠੀਕ ਠਾਕ ਜਨਮ ਤਾਂ ਲਿਆ। ਤੇ ਨਾਲ ਹੀ ਬਾਬਾ ਕਾਲੂ ਜੀ ਥਾਲ ਪਹਿਲਾਂ ਤਿਆਰ ਕੀਤਾ ਸੀ, ਉਹਦੇ ਵਿੱਚ ਧਨ ਪਾਇਆ ਹੋਇਆ ਸੀ, ਮਾਇਆ ਪਾਈ ਹੋਈ ਸੀ, ਹੋਰ ਬੜਾ ਕੁਝ ਪਾਇਆ ਹੋਇਆ ਸੀ। ਤੇ ਕਹਿਣ ਲੱਗੇ ਲੈ ਦਾਈ ਦੌਲਤਾਂ, ਤੈਨੂੰ ਮੈਂ ਕਿਹਾ ਸੀ ਨਾ ਜਿੰਨਾ ਚਿਰ ਤੂੰ ਕਵੇਂਗੀ ਨਹੀਂ ਪਈ ਮੈਂ ਰੱਜ ਗਈ, ਮੈਂ ਰੱਜੀ, ਉਨਾ ਚਿਰ ਤੂੰ ਇਸ ਘਰ ਤੋਂ ਬਾਹਰ ਨਹੀਂ ਜਾਵੇਂਗੀ। ਤੇ ਦਾਈ ਦੌਲਤਾਂ ਨੇ ਐ ਥਾਲ ਪਰੇ ਕੀਤਾ, ਕਹਿਣ ਲੱਗੀ ਬਾਬਾ ਕਾਲੂ ਪਰੇ ਕਰ ਲੈ ਇਸ ਥਾਲ ਨੂੰ, ਮੈਂ ਤੇ ਰੱਜ ਗਈ। ਅੱਜ ਉਹ ਦੌਲਤ ਤੇਰੇ ਪੁੱਤਰ ਨੇ ਦੇ ਦਿੱਤੀ ਹੈ ਤੇ ਉਸ ਦੇ ਨਾਲ ਮੈਂ ਰੱਜ ਗਈ। ਤੇ ਬਾਬਾ ਕਾਲੂ ਜੀ ਕਹਿਣ ਲੱਗੇ ਦੌਲਤਾਂ ਕੀ ਪਈ ਆਖਦੀਆਂ, ਅਜੇ ਤੱਕ ਤੇ ਬੱਚੇ ਨੇ ਜਨਮ ਹੀ ਲਿਆ ਤੇ ਬੱਚੇ ਨੇ ਤੈਨੂੰ ਕੀ ਦੇ ਦਿੱਤਾ। ਤੇ ਦਾਈ ਦੌਲਤਾਂ ਕਹਿਣ ਲੱਗੀ ਤੇਰੇ ਪੁੱਤਰ ਦੇ ਦੀਦਾਰ ਕਰਕੇ ਮੈਨੂੰ ਉਹ ਕੁਝ ਮਿਲ ਗਿਆ ਜਿਸ ਦਾ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ, ਐਸੀ ਦੌਲਤ ਮਿਲ ਗਈ, ਮੈਂ ਤੇ ਰੱਜ ਗਈ। ਤੇ ਕਹਿੰਦੇ ਨੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਦਾਈ ਦੌਲਤਾਂ ਨੇ ਉਸ ਦਿਨ ਤੋਂ ਮੰਗਣਾ ਛੱਡ ਦਿੱਤਾ ਸੀ, ਦਰ ਦਰ ਤੇ ਮੰਗਣਾ ਬੰਦ ਕਰ ਦਿੱਤਾ ਸੀ ਦਾਈ ਦੌਲਤਾਂ। ਤੇ ਫਿਰ ਸਾਧ ਸੰਗਤ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ। ਤੇ ਉਸ ਵੇਲੇ ਬਾਬਾ ਕਾਲੂ ਜੀ ਪੰਡਤ ਹਰਦਿਆਲ ਦੇ ਕੋਲ ਜਾਂਦੇ ਨੇ, ਜਾ ਕੇ ਦਸਤਕ ਦਿੰਦੇ ਨੇ, ਦਰਵਾਜ਼ਾ ਖੜਕਾਉਂਦੇ ਨੇ, ਕਹਿਣ ਲੱਗੇ ਪੰਡਤ ਜੀ। ਤੇ ਪੰਡਤ ਹਰਦਿਆਲ ਜੀ ਕਹਿੰਦੇ ਨੇ ਬਾਬਾ ਕਾਲੂ ਸੁੱਖ ਹੈ, ਅਜੇ ਦਿਨ ਨਹੀਂ ਚੜਿਆ, ਅਜੇ ਸੂਰਜ ਨਹੀਂ ਚੜਿਆ ਤੇ ਆ ਗਏ ਹੋ। ਤੇ ਬਾਬਾ ਕਾਲੂ ਜੀ ਕਹਿਣ ਲੱਗੇ ਪੰਡਤ ਜੀ ਘਰ ਕਾਕੇ ਨੇ ਜਨਮ ਲਿਆ, ਪੁੱਤਰ ਨੇ ਜਨਮ ਲਿਆ, ਤੇ ਚਲੋ ਆਪਣੀ ਆਸ਼ੀਰਵਾਦ ਦੇਵੋ। ਤੇ ਜਿਹੜਾ ਪੰਡਤ ਹਰਦਿਆਲ ਹੈ ਨਾ, ਅਸੀਂ ਬੜਾ ਕੁਝ ਬੜਾ ਨੀਵਾਂ ਜਿਹਾ ਦਿਖਾਉਂਦੇ ਹਾਂ। ਪੰਡਤ ਹਰਦਿਆਲ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਸੀ, ਬੜਾ ਰੱਬੀ ਰੰਗ ਦੇ ਵਿੱਚ ਰੰਗਿਆ ਹੋਇਆ ਸੀ ਇਹ।
ਕੇਵਲ ਮਾਇਆ ਧਾਰੀ ਹੀ ਨਹੀਂ ਸੀ। ਤੇ ਪੰਡਤ ਤੇ ਅਰਦਿਆਲ ਕਹਿਣ ਲੱਗਾ ਵੀ ਬਾਬਾ ਵੀ ਗੱਲ ਇੰਜ ਹੈ ਵੀ ਤੂੰ ਚੱਲ ਤੇ ਮੈਂ ਦਿਨ ਚੜ੍ਹਨ ਤੇ ਆਵਾਂਗਾ। ਵੀ ਜੋ ਵੀ ਆਪਣੀ ਭਗਤੀ ਕਰਦਾ ਸੀ ਨਾ ਜੀ, ਬੰਦਗੀ ਕਰਦਾ ਸੀ, ਜੋ ਵੀ ਰੱਬ ਦਾ ਨਾਮ ਲੈਂਦਾ ਸੀ, ਪੰਡਤ ਅਰਦਿਆਲ ਕਹਿੰਦਾ ਵੀ ਉਹ ਮੈਂ ਲੈ ਕੇ ਆਪਣਾ ਜਿਹੜਾ ਨਿੱਤ ਦਾ ਕੋਈ ਨੇਮ ਜਿਹੜਾ ਉਹ ਆਪਣਾ ਕਰਦਾ ਸੀ, ਵੀ ਉਹ ਕਰਕੇ ਬਾਬਾ ਫੇਰ ਆਵਾਂਗਾ, ਤੂੰ ਚੱਲ। ਐਸਾ ਨਹੀਂ ਸੀ ਵੀ ਚੱਲ ਪਿਓ ਉਸੇ ਵੇਲੇ ਹੀ ਚੱਲ ਪਿਆ ਹੋਵੇ, ਚਲੋ ਪਟਵਾਰੀ ਦੇ ਘਰ ਪੁੱਤਰ ਹੋਇਆ ਤੇ ਚੱਲਾਂ ਮਾਇਆ ਮਿਲੇਗੀ। ਤੇ ਸਾਧ ਸੰਗਤ ਜੀ ਦਿਨ ਚੜ੍ਹਨ ਤੇ ਆਇਆ ਤੇ ਕਹਿੰਦੇ ਨੇ ਪੰਡਤ ਅਰਦਿਆਲ ਵੀ ਜਦੋਂ ਆਇਆ ਨਾ, ਗੁਰੂ ਬਾਬਾ ਜੀ ਦੇ ਦਰਸ਼ਨ ਕਰਕੇ ਉਹ ਵੀ ਗਦਗਦ ਹੋ ਗਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗੇ ਪੰਡਤ ਜੀ ਆਹ ਕੀ ਕਰਦੇ ਪਏ ਹੋ? ਕਹਿਣ ਲੱਗੇ ਬਾਬਾ ਕਾਲੂ ਇੰਜ ਲੱਗਦਾ ਪਿਆ ਅੱਜ ਜਿਸ ਨੇ ਤੇਰੇ ਘਰ ਜਨਮ ਲਿਆ ਨਾ, ਇਹ ਕੋਈ ਰੱਬ ਦਾ ਨੂਰ, ਇਹ ਕੋਈ ਰੱਬ ਆ ਗਿਆ, ਕੋਈ ਆਪ ਖੁਦਾ ਆ ਗਿਆ, ਆਪ ਪਰਮਾਤਮਾ ਆ ਗਿਆ, ਆਪ ਪ੍ਰਭੂ ਆ ਗਿਆ। ਤੇ ਸਾਧ ਸੰਗਤ ਲੰਬਾ ਚੌੜਾ ਇਤਿਹਾਸ ਹੈ ਵੀ ਨਾਮ ਕੀ ਰੱਖਿਆ ਹੈ, ਬਾਅਦ ਵਿੱਚ ਆਪਾਂ ਸਮਾਂ ਬਣਨ ਤੇ ਗੁਰੂ ਸਾਹਿਬ ਜੀ ਦਾ ਇਤਿਹਾਸ ਉਚਾਰਨ ਕਰਾਂਗੇ। ਸੋ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਜੀ ਸਰਬੱਤ ਸੰਗਤਾਂ ਨੂੰ ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਤੇ ਜਿਸ ਗੁਰੂ ਸਾਹਿਬ ਜੀ ਨੇ ਆਪ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕੀਤੀ, ਜ਼ਿਮੀਂਦਾਰਾ ਕੀਤਾ, ਕਿਸਾਨੀ ਕੀਤੀ, ਆਪ ਹਲ ਵਾਏ, ਆਪ ਬਲਦਾਂ ਦੇ ਨਾਲ ਕਿਸਾਨੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨਾਲ ਖੇਤੀ ਕਰਦੇ ਨੇ, ਭਾਈ ਲਹਿਣਾ ਜੀ ਨਾਲ ਖੇਤੀ ਕਰਦੇ ਨੇ। ਤੇ ਉਹ ਬਾਬਾ ਜੀ ਦੀ ਚਲਾਈ ਹੋਈ ਕਿਰਤ ਨੂੰ, ਕਿਸਾਨੀ ਨੂੰ, ਖੇਤੀਬਾੜੀ ਨੂੰ ਜਿਹੜੇ ਕਿਸਾਨ ਅਰਦਾਸਾਂ ਕਰ ਰਹੇ ਸਨ, ਅੱਜ ਅਰਦਾਸਾਂ ਪੂਰੀਆਂ ਹੋਈਆਂ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਸਾਹਿਬ ਜੀ ਬੜੀ ਵੱਡੀ ਬਖਸ਼ਿਸ਼ ਤੁਸੀਂ ਅੱਜ ਕੀਤੀ ਹੈ। ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।